A very warm welcome to all my dear students. I, Shikha Arora, lecturer in English, working at Government Senior Secondary Smart School, Sekha. I'm going to discuss a different topic today, and that's why I have named it as Learning is Fun. Learning is fun, of course, and when there is no learning, it's replaced by confusion. How? We will discuss about it. For that, first of all, let me formally announce the topic. This is homophones. Actually, homophones means the words that sound alike but have different meanings and different spellings. As you can see here, this. Um, yeah, here, this is sun, S-U-N, sun, and this is also sun, S-O-N, sun. So ਜਿਹੜਾ ਬੇਟਾ ਹੁੰਦਾ ਹੈ ਉਹ ਵੀ sun ਹੈ ਤੇ ਜਿਹੜਾ ਸੂਰਜ ਹੁੰਦਾ ਹੈ ਉਹ ਵੀ sun ਹੈ so your son may be your son, right? so this is the thing, homophones, but ਕਈ ਵਾਰੀ ਬਹੁਤ ਜ਼ਿਆਦਾ confuse ਕਰ ਦਿੰਦੇ ਨੇ, ਸਮਝ ਨਹੀਂ ਆਉਂਦੀ ਕਿ ਸਾਹਮਣੇ ਵਾਲਾ person ਕਹਿਣਾ ਕੀ ਚਾਹੁੰਦਾ ਹੈ, ਠੀਕ ਹੈ? ਤਾਂ ਇਹਦੇ ਬਾਰੇ ਆਪਾਂ ਕੁਝ examples discuss ਕਰਨ ਜਾ ਰਹੇ ਹਾਂ। हालांकि कुछ ऐसा टॉपिक नहीं है बट एज यू नो दैट आई लाइक इंग्लिश वेरी मच और मैनू ਸਿੱਖਣ ਤੇ ਸਿਖਾਉਣ ਦੇ ਵਿੱਚ ਮਜ਼ਾ ਆਉਂਦਾ ਦੈਟਸ ਵਾਈ ਐਂਡ ਸਪੈਸ਼ਲੀ ਇੱਕ ਰეკਮੈਂਡੇਸ਼ਨ ਤੇ ਮੈਂ ਇਹ ਤੁਹਾਡੇ ਵਾਸਤੇ ਵੀਡੀਓ ਬਣਾ ਰਹੀ ਹਾਂ ਸੋ ਲੈਟਸ ਸਟਾਰਟ see here this is gorilla this is gorilla ape है एक और still present on the earth और बहुत ਵੱਡਾ ਜਾਨਵਰ ਹੈ ਇਹ but one person is also called gorilla ਕਿਹਨਾਂ ਨੂੰ ਕਹਿੰਦੇ ਨੇ ਜਿਹੜੇ ਲੁੱਕ ਕੇ ਲੜਾਈ ਕਰਦੇ ਨੇ ਮਤਲਬ ਵੱਡੀਆਂ ਵੱਡੀਆਂ ਆਰਮੀਜ਼ ਦੇ ਨਾਲ ਜਦੋਂ ਕੋਈ ਲੋਕ ਜਿਹੜੇ ਨੇ ਉਹ ਥੋੜੇ ਗਿਣਤੀ ਦੇ ਵਿੱਚ ਹੁੰਦੇ ਨੇ ਤਾਂ ਉਹ perhaps ਛਾਪਾ ਮਾਰ ਯੁੱਧ ਸ਼ਾਇਦ ਕਹਿੰਦੇ ਨੂੰ ਕਿ ਮੇਬੀ ਕਿ ਉਹਦੇ ਵਿੱਚ ਕੀ ਹੁੰਦਾ ਨਾ ਕਿ ਉਹ ਲੁੱਕ ਕੇ ਵਾਰ ਕਰਦੇ ਨੇ ਕਿਉਂਕਿ ਉਹ ਉਨੀ ਵੱਡੀ ਆਰਮੀ ਦਾ ਸਾਹਮਣਿਓਂ ਮੁਕਾਬਲਾ ਨਹੀਂ ਕਰ ਸਕਦੇ ਤਾਂ those are also called gorilla right ਤਾਂ ਦੇਖੋ ਕਿੰਨਾ ਡਿਫਰੈਂਸ ਆ ਗਿਆ ਬਟ ਉਹਨਾਂ ਦੀ ਜਿਹੜੀ ਫੋਨੈਟਿਕਸ ਦੇ ਅਕੋਰਡਿੰਗ ਉਹਨਾਂ ਦੀ ਸਾਊਂਡ ਹੈ ਜਿਹੜੀ ਉਹ ਬਿਲਕੁਲ ਸੇਮ ਹੈ next we have this mussel okay mussel and this is also mussel ਹੁਣ ਮਸਲ ਤਾਂ ਬੜੀ ਫੇਮਸ ਜੀ ਇੱਕ ਜਿਹੜੀ ਆਪਾਂ ਗੱਲ ਕਰਦੇ ਹੈਗੇ ਮਸਲ ਦੇ ਬਾਰੇ ਕਿ ਹਰ ਕੋਈ ਕਹਿੰਦਾ ਕਿ ਆਮ ਗੋਇੰਗ ਟੂ ਜਿਮ ਫॉर ਬਿਕੋਜ਼ ਆਈ ਵਾਂਟ ਟੂ ਡਿਵੈਲਪ ਮਸਲਸ ਰਾਈਟ ਤਾਂ ਮਾਸਪੇਸ਼ੀਆਂ ਕਹਿ ਲਓ ਆਪਣੀ ਬਾਡੀ ਦਾ ਇੱਕ ਪਾਰਟ ਹੈਗਾ ਇਹ ਬਹੁਤ ਇੰਪੋਰਟੈਂਟ ਔਰ ਜਿੰਨਾ ਆਪਾਂ ਨਿਊਟ੍ਰੀਸ਼ਨ ਵਾਈਜ਼ ਔਰ ਵਰਕਆਊਟ ਵਾਈਜ਼ ਆਪਾਂ ਧਿਆਨ ਰੱਖਦੇ ਹਾਂ ਤਾਂ ਉਹਨੇ ਆਪਣੇ ਮਸਲ ਜਿਹੜੇ ਨੇ ਉਹ ਡਿਵੈਲਪ ਹੁੰਦੇ ਆ ਇੱਥੇ ਤਾਂ ਹੀ ਕਰਕੇ ਤੁਹਾਨੂੰ ਜਿਹੜੇ ਹੈ ਇਹ ਵਾਲੀ ਪਿਕਚਰ ਦਿੱਤੀ ਗਈ ਹੈ ਤਾਂ ਕਿ ਤੁਹਾਨੂੰ ਇਹ ਕਲੀਅਰ ਹੋ ਜਾਏ ਐਂਡ ਨਾਓ ਵਾਟ ਇਜ਼ ਦਿਸ ਇਜ਼ ਆਲਸੋ ਕਾਲਡ ਮਸਲ ਇੱਕ ਹੁੰਦਾ ਇੱਕ ਮੋਲਸਕ ਹੁੰਦਾ ਵੇ ਮੋਲਸਕ ਇਹਦੇ ਵਿੱਚ ਇਹ ਇੱਕ ਲਿਵਿੰਗ ਆਰਗੇਨਿਜ਼ਮ ਹੈ ਜਿਹੜਾ ਕਿ ਸੀ ਐਨੀਮਲ ਹੈ ਠੀਕ ਹੈ ਤਾਂ ਦੇਖੋ ਕਿੰਨਾ ਵਾਸਟ ਡਿਫਰੈਂਸ ਹੈ ਬਟ ਅਗੇਨ ਅਕੋਰਡਿੰਗ ਟੂ ਫੋਨੈਟਿਕਸ ਉਹਨਾਂ ਨੂੰ ਜਿਹੜੀ ਉਹਨਾਂ ਦੀ ਆਵਾਜ਼ਾਂ ਨੇ ਉਹਨਾਂ ਦੀ ਪ੍ਰੋਨੰਸੀਏਸ਼ਨ ਹੈਗੀ ਉਹ ਸੇਮ ਹੈ so here we have another word parish and what is parish here parish means ਇੱਕ district type ਜਿਹਦੀ ਆਪਣੀ church ਹੁੰਦੀ ਹੈ ਇੱਕ defined area ਜਿਹਨੂੰ ਤੁਸੀਂ ਇੱਕ administration ਦੇ under ਲੈ ਸਕਦੇ ਹੋ that is parish and what is parish here ਇੱਥੇ parish ਕੀ ਹੈ ਇੱਥੇ parish ਖਤਮ dead ਡੈਥ ਹੋ ਗਈ ਤਾਂ ਇਸੇ ਗੱਲ ਕਰਕੇ ਇਹ ਏਰੀਆ ਦਿਖਾਇਆ ਗਿਆ ਹੈ ਠੀਕ ਹੈ ਦੇਖੋ ਕਿੰਨਾ ਜ਼ਿਆਦਾ ਡਿਫਰੈਂਸ ਆ ਗਿਆ ਅਗੇਨ ਤੇ ਕਈ ਵਾਰੀ ਫਨੀ ਸਿਚੁਏਸ਼ਨ ਵੀ ਪੈਦਾ ਹੋ ਸਕਦੀ ਹੈ ਔਰ ਕਈ ਵਾਰੀ ਬੜੀ ਸੀਰੀਅਸ ਸਿਚੁਏਸ਼ਨ ਹੋ ਸਕਦੀ ਹੈ ਜਦੋਂ ਤੁਹਾਨੂੰ ਇਹਨਾਂ ਦੇ ਮਤਲਬ ਨਾ ਪਤਾ ਹੋਣ ਤਾਂ ਨੈਕਸਟ ਆਪਣੇ ਕੋਲ ਆ ਗਿਆ ਪ੍ਰੇ here someone is praying to God ਪਰਮਾਤਮਾ ਦੇ ਅੱਗੇ ਪ੍ਰਾਰਥਨਾ ਕਰ ਰਿਹਾ but here you fall prey ਕਿਸੇ ਦਾ ਸ਼ਿਕਾਰ ਹੋ ਜਾਣਾ ये देखो this is going to eat this है ना ਤਾਂ ਇਹ prey ਬਣ ਗਿਆ ਇੱਥੇ तो we should pray that we should not fall prey to anyone
Okay, and what's here? This is not colonel. No, not at all. This is colonel. Colonel. Colonel, this is some designation in army, right? मतलब एक अच्छा अਹੁਦਾ ਹੈਗਾ ਉਹਨੂੰ ਅਸੀਂ ਕਰਨਲ ਕਹਿੰਦੇ ਆ ਔਰ ਆਰ ਵੀ ਜਿਹੜਾ ਹੁੰਦਾ ਉਹ ਸਾਇਲੈਂਟ ਹੁੰਦਾ ਇਸ ਗੱਲ ਦਾ ਧਿਆਨ ਰੱਖਣਾ ਜਿਵੇਂ ਇੱਥੇ ਹੈ ਕਰਨਲ ਸੇਮ ਬੋਲਿਆ ਜਾਂਦਾ ਹੈਗਾ ਤੇ ਲੇਕਿਨ ਇਹਦੇ ਵਿੱਚ ਵੀ ਆਰ ਜਿਹੜਾ ਹੈਗਾ ਉਹ ਸਾਇਲੈਂਟ ਹੁੰਦਾ ਹੈ ਔਰ ਹੁਣ ਇਹਨਾਂ ਦਾ ਫਰਕ ਕੀ ਹੈ ਮੈਂ ਤੁਹਾਨੂੰ ਦੱਸਦਾ ਕਿ this is some designation in army and what is this kernel is actually the edible part of some fruit or seed that is called kernel ਤਾਂ ਦੋਨਾਂ ਦੇ ਵਿੱਚ again ਕੁਝ connection ਨਹੀਂ ਹੈ ਕੋਈ ਲੈਣਾ ਦੇਣਾ ਨਹੀਂ ਆਪਸ ਦੇ ਵਿੱਚ here someone is finishing a race खत्म करना complete करना ठीक है it is finish and this is finish again but this belongs to fins एक particular people ਦਾ group ਹੈ ਫਿਨਲੈਂਡ ਦੇ ਉਹਨਾਂ ਨੂੰ ਫਿਨਸ ਕਹਿੰਦੇ ਹੈਗੇ ਆ ਤੇ ਉਹਨਾਂ ਦਾ ਇਹ ਸਿੰਬਲ ਤੁਹਾਨੂੰ ਇੱਥੇ ਸ਼ੋ ਕੀਤਾ ਹੈ this is also called finish here someone is exercising physical काम करना exercise करना ਆਪਾਂ ਨੂੰ बड़ी अच्छी तरह पता है कि हाँ जी everyone is saying you should do exercise to stay fit to stay healthy right but what is exercise here this is again exercise so the difference of spelling is there but they are pronounced exercise and here someone is doing something different ਕੀ ਕਰ ਰਿਹਾ ਇੱਥੇ ਇੱਥੇ ਪਤਾ ਕੀ ਕਰ ਰਿਹਾ ਜਿਵੇਂ ਉਹ ਬਲੈਕ ਮੈਜਿਕ ਦੇ ਨਾਲ ਕਿਸੇ ਦੀ ਜਿਹੜੀ ਈਵਿਲ ਸਪਿਰਿਟ ਨੂੰ ਦੂਰ ਕੀਤਾ ਜਾ ਰਿਹਾ ਈਵਿਲ ਸਪਿਰਿਟ ਕੱਢੀ ਜਾ ਰਹੀ ਹੈ ਇਹ ਸਭ ਆਪਣੇ ਆਪਣੇ ਵਿਸ਼ਵਾਸਾਂ ਦੀਆਂ ਗੱਲਾਂ ਨੇ ਆਪਾਂ ਇਹਦੇ ਉਹਦੇ ਵਿੱਚ ਨਹੀਂ ਵੜਨਾ ਬਟ the words you can see exercise and exercise right so do you like a whole ਛੇਦ ਮੋਰੀ ਜਿਹਨੂੰ ਪੰਜਾਬੀ ਚ ਆਪਾਂ ਕਹਿ ਦਿੰਦੇ ਆ a hole and this hole is without a hole means ਇਹਦੇ ਵਿੱਚ ਕੋਈ ਹੋਲ ਨਹੀਂ ਹੈਗਾ ਇਹ ਪੂਰਾ ਹੈ ਦੋਨਾਂ ਨੂੰ ਆਪਾਂ ਹੋਲ ਕਹਿ ਰਹੇ ਹਾਂ but again understand the difference this is whole means कि छेद होना और this whole means कि complete होना पूरा एक piece okay nice then what do we have here this is jeans and these are also jeans this is in my jeans to wear jeans wow this jeans is a clothing part of clothing यानी कि ਜਿਹੜੀਆਂ jeans ਅਸੀਂ ਪਾਉਂਦੇ ਆ ਇਹਨਾਂ ਨੂੰ ਅਸੀਂ denim ਵੀ ਕਹਿ ਦਿੰਦੇ ਆ I may not be able to write properly here but let me try sorry ਨਹੀਂ ਹੋਇਆ anyway ਤਾਂ ਇਹਨੂੰ ਅਸੀਂ denim ਵੀ ਕਹਿ ਦਿੰਦੇ ਆ and what this jeans is ਇਹ jeans ਜਿਹੜੀਆਂ ਨੇ ਸਾਡਾ physical ਤੇ functional part ਹੈ ਜਿਹੜੇ ਕਿ ਸਾਡੇ characteristics ਸਾਡੀ body ਦੀਆਂ characteristics ਨੂੰ define ਕਰਦੀਆਂ ਨੇ ਤਾਂ ਇਹ hereditary ਦਾ part ਹੈ ਓਕੇ ਇਹ ਸਾਇੰਸ ਸਟੂਡੈਂਟਸ ਨੂੰ ਬੜਾ ਅੱਛੀ ਤਰ੍ਹਾਂ ਪਤਾ ਹੁੰਦਾ ਵੈਸੇ ਸਾਰੇ ਹੀ ਬੱਚੇ ਤੁਸੀਂ 10th ਤੱਕ ਤਾਂ ਸਾਇੰਸ ਪੜ੍ਹਦੇ ਹੀ ਹੋ ਸੋ ਯੂ all should know what genes are yeah next we have grease ਜਿਹੜੀ ਤੁਸੀਂ ਸਾਈਕਲਾਂ ਉੱਤੇ ਵੀ ਲਗਾਉਂਦੇ ਹੋ ਇੱਕ ਸਟਿਕੀ ਮਟੀਰੀਅਲ ਹੁੰਦਾ ਹੈ ਆਇਲਿੰਗ ਵਾਸਤੇ ਕਿ ਉਹ ਜਿਹੜੇ ਮਸ਼ੀਨਰੀ ਹੈ that should work properly ਤਾਂ ਉਹਨਾਂ ਦੀ ਗ੍ਰੀਸਿੰਗ ਕੀਤੀ ਜਾਂਦੀ ਹੈ and here this represents a country Greece ਨਾਲ ਉਹਦਾ flag ਦਿੱਤਾ ਹੋਇਆ ਤੁਹਾਨੂੰ next we have peace yes peace and peace I want peace but not in peace are you able to understand no okay peace means tranquility shanti calmness matlab main I want to I love peace ਮੈਨੂੰ ਸ਼ਾਂਤ ਰਹਿਣਾ ਬਹੁਤ ਪਸੰਦ ਹੈ ਸ਼ਾਂਤੀ ਦੇ ਨਾਲ ਰਹਿਣਾ ਬਹੁਤ ਪਸੰਦ ਹੈ peace ਕਿ ਕੋਈ ਵੀ ਤੁਸੀਂ ਕਿਸੇ ਚੀਜ਼ ਦਾ peace ਮੈਨੂੰ ਇੱਕ ਫਰੂਟ ਦਾ ਪੀਸ ਦਿਓਗੇ ਵੈਸੇ ਸਲਾਈਸ ਹੁੰਦਾ ਪ੍ਰੋਪਰਲੀ ਬਟ ਚਲੋ ਇਹ ਜਿਵੇਂ ਉਹਨੇ ਇੱਥੇ ਤੁਹਾਨੂੰ ਕੀ ਦਿਖਾਇਆ ਹੋਇਆ ਕਿ ਕਿਸੇ ਵੀ ਚੀਜ਼ ਦਾ ਪੀਸ ਇੱਕ ਕੱਢਿਆ ਹੋਇਆ ਪਾਸੇ ਉਹਦਾ ਇੱਕ ਹਿੱਸਾ and this is shanti okay then he is beating someone one person is beating other person ਕੁੱਟ ਰਿਹਾ so this is beat and here beat ਜਿਹੜਾ beetroot ਹੁੰਦਾ ਆਪਣਾ ਇੱਕ
ਵੈਜੀਟੇਬਲਸ ਦੇ ਵਿੱਚ ਲਗਾ ਲਓ, ਸੈਲਡ ਦੀ ਕੈਟੇਗਰੀ ਦੇ ਵਿੱਚ ਲਗਾ ਲਓ। तो दिस इज बीटरूट, दिस इज वेरी गुड फॉर हेल्थ। दैट इज बीट, दैट इज नॉट गुड फॉर हेल्थ। ਕਿਸੇ ਨੂੰ ਬੀਟ ਕਰਨਾ, ਕੁੱਟਣਾ इज नॉट गुड। ठीक है, शांति बना के रखनी चाहिए। वी आर पीस लविंग पीपल। या दिस इज थ्रोन। बड़ी बड़ियां कहानियां थ्रोन पे। थ्रोन मतलब सिंहासन। सिंहासन का मतलब ये नहीं कि एक चेयर बहुत सोहनी जी, नो। सिंहासन मीनस ਕਿਸੇ ਇੱਕ ਪਾਰਟਿਕੂਲਰ ਇੱਕ ਬਹੁਤ ਵੱਡੇ ਅਹੁਦੇ ਤੇ ਹੋਣਾ, ਜਿਵੇਂ ਰਾਜਿਆਂ ਦਾ ਸਿੰਹਾਸਨ ਕਹਿੰਦੇ ਸੀ। ਰਾਜਾ ਮੀਨਸ ਕਿ ਜਿਹਦੀ ਅਥਾਰਟੀ ਹੈ, ਜਦੋਂ ਤੁਹਾਡੀ ਅਥਾਰਟੀ ਸ਼ੋ ਕਰਨੀ ਹੁੰਦੀ ਹੈ, तो इट कैन बी सेड दैट सिटिंग ऑन अ थ्रोन, है ना। तो बड़िया अच्छियां सीरीज भी बनिया हुई हैं ਇਹਦੇ ਤੇ, but we will not go into that। and it is thrown, people are thrown for a throne। ਸਿੱਟਦਾ ਉਹਨੂੰ ਉੱਤੋਂ, ਦੇਖੋ ਇਹ ਬਹੁਤ ਕੁਝ ਹੁੰਦਾ ਹੈ। ਦਿਸ ਇਜ਼ ਅ ਪਾਰਟ ਆਫ ਪੋਲਿਟਿਕਸ। ਤੇ ਮਤਲਬ ਅਗਰ ਕੋਈ ਕਿਸੇ ਨੇ ਕਿਸੇ ਦੀ ਪੋਜੀਸ਼ਨ ਐਕਵਾਇਰ ਕਰਨੀ ਹੁੰਦੀ ਹੈ ਤਾਂ ਪੋਲਿਟਿਕਸ ਚੱਲਦੀ ਹੈ, ਉਹਨੂੰ ਉਸ ਥ੍ਰੋਨ ਤੋਂ ਥਰੋ ਕਰ ਦਿੱਤਾ ਜਾਂਦਾ ਹੈ। ਥ੍ਰੋਨ ਐਂਡ ਥ੍ਰੋਨ, ਓਕੇ, ਰਿਲੇਟਡ ਬਟ know the difference, okay। then we have band। ਬੈਂਡ ਮਤਲਬ ਮਿਊਜ਼ੀਕਲ ਇੱਕ ਤੁਹਾਨੂੰ ਗਰੁੱਪ ਹੈ ਜਿਹੜਾ ਕਿ ਪਰਫਾਰਮ ਕਰਦਾ ਹੈਗਾ, ਅਲੱਗ-ਅਲੱਗ ਇੰਸਟਰੂਮੈਂਟਸ ਉਹਦੇ ਵਿੱਚ ਵਜਾਉਂਦੇ ਹੈ। but if that band is banned due to some reasons, they will not be able to perform। ਤਾਂ ਇੱਥੇ ਬੈਂਡ ਜਿਹੜਾ ਹੈਗਾ, ਤੁਹਾਨੂੰ ਦੱਸਿਆ ਇੱਕ ਗਰੁੱਪ ਹੈ ਜਿਹੜੇ ਕਿ ਮਿਊਜ਼ੀਕਲ ਇੰਸਟਰੂਮੈਂਟਸ ਵਜਾਉਂਦੇ। ਇੱਥੇ ਬੈਂਡ ਦਾ ਮਤਲਬ ਹੈਗਾ ਕਿ ਉਹਨਾਂ ਨੂੰ ਕਿਸੇ ਕੰਮ ਕਰਨ ਦੀ ਮਨਾਹੀ, ਕਿਸੇ ਨੂੰ ਵੀ ਕੋਈ ਵੀ ਕੰਮ ਕਰਨ ਕਿ ਇਹ ਕੰਮ ਤਾਂ ਬੈਂਡ ਹੈ, ਹੁਣ ਇਹ ਕਰ ਨਹੀਂ ਸਕਦੇ। ਠੀਕ ਹੈ, ਜਿਵੇਂ ਸਿਗਰਟ ਸਮੋਕਿੰਗ ਜਿਹੜੀ ਹੈਗੀ ਪਬਲਿਕ ਪਲੇਸਿਸ ਤੇ ਬੈਂਡ ਹੈ। ਇੱਥੋਂ ਐਗਜ਼ਾਮਪਲ ਹੈ ਕਿ ਚਲੋ ਕਿ ਤੁਸੀਂ ਕਰ ਨਹੀਂ ਸਕਦੇ, ਅਦਰਵਾਈਜ਼ ਪਨਿਸ਼ਮੈਂਟ ਹੁੰਦੀ ਹੈ। ਯੈਸ, ਵਾਈਨ। ਵਾਈਨ ਰੌਲਾ ਪਾਉਣਾ, ਸ਼ਿਕਾਇਤਾਂ ਕਰਨੀਆਂ, ਚੀਕਾਂ ਮਾਰ ਮਾਰ ਕੇ, that is wine, why are you whining about something। and this is wine, this is alcoholic drink ਜਿਹੜਾ ਕਿ grapes ਤੋਂ ਬਣਦਾ ਹੈਗਾ। ਠੀਕ ਹੈ, so why are you whining if you haven't got wine। ਠੀਕ ਹੈ, ਸਮਝ ਆਈ ਕੁਝ ਕਿ ਇਹ ਹੈਗਾ ਰੌਲਾ ਪਾਣਾ, ਚੀਕਾਂ ਮਾਰਨੀਆਂ ਸੌਰਟ ਆਫ, ਔਰ ਇਹ ਹੈਗਾ ਇੱਕ ਪੀਣ ਵਾਲਾ ਡਰਿੰਕ। ਤਾਂ ਇਹ ਤੁਹਾਨੂੰ ਜਿਹੜਾ ਹੈ ਪਤਾ ਹੋਣਾ ਚਾਹੀਦਾ ਹੈ। ਸੋ ਥੈਂਕ ਯੂ ਸੋ ਮਚ। ਹਾਲਾਂਕਿ ਇਹਦਾ ਕੁਝ ਤੁਹਾਡੇ ਕਰਿਕੂਲਮ ਦੇ ਨਾਲ ਲੈਣਾ ਦੇਣਾ ਨਹੀਂ ਹੈ, ਬਟ ਇਹਦਾ ਸਾਡੀ ਜਨਰਲ ਅੰਡਰਸਟੈਂਡਿੰਗ ਦੇ ਨਾਲ, ਸਾਡੀ ਨੌਲੇਜ ਦੇ ਨਾਲ ਬਹੁਤ ਕੁਝ ਲੈਣਾ ਦੇਣਾ ਹੈ। ਔਰ ਇਹ ਚੀਜ਼ਾਂ ਫਨ ਹੈ, ਸਿੱਖੋ, ਵਧੀਆ ਲੱਗਦਾ ਹੈ, ਔਰ ਸਿੱਖੋਗੇ ਤਾਂ ਕੰਮ ਆਉਣਗੀਆਂ ਤਾਂ ਤੁਸੀਂ you will be able to act smartly in your routine life even। ठीक है, personality ਦਾ ਹਿੱਸਾ ਬਣ ਜਾਂਦੀਆਂ ਨੇ। again my suggestion for you, do all your hard work for whatever you want to achieve in life, and thank you so much।